ਕਮਲ ਸਵੇਲਾ ਵਕਤ ਕਮਲ ਕਮਲ ਚਿਤ ਕਮਲਵਾਰ ਕਮਲ ਸਰੋਤੇ ਮਾਉ ਕਮਲ ਜਿਤ ਹੋਆ ਆਕਾਰ ਹੀਰ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਇਓ ਕਾਦਿਆ ਜੇ ਲੇਖਨ ਲੇਖ ਕੁਰਾਨ ਵੇਦ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਇਓ ਕਾਦਿਆ ਜੇ ਲੇਖਨ ਲੇਖ ਕੁਰਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਬਹੁਤ ਹੀ ਵੱਡੇ ਭਾਗਾਂ ਵਾਲੇ ਹੋ। ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਤੇ जुगो जुग अटल शब्दा अवतार कल जुग के बोध नाम के जहाज सतगुरु महाराज श्री गुरु ग्रंथ साहिब जी के चरणों च रोज अमृत वेले दीवान सजदे हैं। सर्व आशा पूर्ण करने वाली अमृतमयी बाणी श्री आशा जी दी वार दे शब्द कीर्तन तो उपरांत सतगुरु श्री गुरु ग्रंथ साहिब जी महाराज की अमृतमयी बाणी की लड़ीवार कथा होंदी है। सतगुरु जी ने अमृतमयी बाणी की कथा का विशेष महात्म अपनी बाणी च दसना कीता है। सद बलिहारी तिन्हां जे सुनते हर कथा पूरे ते प्रधान निभावें प्रभ मथा। 100 वारी 1000 वारी सदा सदा वारी कुर्बान जाइए बलिहार जाइए उन्हां गुरमुख जनां तो जिहड़े अपने कन्नां नाल हरि परमेश्वर की कथा सुनते हैं। वो पूर्ण हैं, वो प्रधान हैं, वो श्रेष्ठ हैं जिहड़े सतगुरु महाराज साहिब जी दे चरना ते आके मत्था टेकते हैं। निभावें प्रभ मत्था, जिहड़ा अपना मत्था वाहिगुरु परमेश्वर सतगुरु ग्रंथ साहिब जी के चरणों च झुका दिंदा है, वो पूर्ण हो जाता है। उसे नूं प्रधान कहा जाता है। सो गुरु रूप साध संगत जीओ, बड़ी किरपा हो रही है महाराज साहिब जी की। धन धन श्री गुरु नानक देव साहिब जी सिद्धा नूं किरपा करके दस रहे हैं भी तीर्थां दे तप करन नाल इशनान करन नाल तिल मात्र भी फल की प्राप्ति नहीं हुंदी। जे कुछ हुंदी भी है तो संसार ही हुंदी है। परमार्थ के सामने वो तिल मात्र ही है। जे को पावै तिल का मां। दूसरा सूक्ष्म वृत्ति करके अर्थ महापुरुषों ने इस तरह किया है। तीर्थ तप दया दत्त दान। जे तीर्थां करके स्नान करके तप करके दया करके दान देन करके किसी नूं कुछ अवस्था प्राप्त होण लगदी है तो उहदे च माण आ जाता है, हंकार आ जाता है। तो जदों मान आ जाता है, हंकार आ जाता है, तो वह बंदा उस हंकार करके मान करके उस अवस्था तो फिर तिलक जाता है, डिग पैंदा है। जिवें राजा जजाति डिग पिया सी। बेअंत ही ऐसे लोग हैं ਜਿਹੜੇ तीर्थ तप दया दत्त दान करके हंकारी हो जाते हैं।
ਸਿੱਧਾ ਨੇ ਪੁੱਛਿਆ, ਮਹਾਰਾਜ ਫਿਰ ਕਿਹੜਾ ਤਰੀਕਾ ਹੈ ਕਿ ਅੰਤਸ਼ਕਰਣ ਦੀ ਸ਼ੁੱਧੀ ਹੋ ਜਾਵੇ, ਇਸ਼ਨਾਨ ਪੂਰਾ ਹੋ ਜਾਵੇ? ਮਹਾਰਾਜ ਕਹਿੰਦੇ, ਅਸਲੀ ਤੀਰਥ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਗੁਰੂ ਸਾਹਿਬ ਦੀ ਬਾਣੀ ਨੂੰ ਸੁਣ ਲਵੇ, ਗੁਰੂ ਸਾਹਿਬ ਦੀ ਬਾਣੀ ਨੂੰ ਮੰਨ ਲਵੇ, ਅੰਤਰਮੁਖੀ ਬਿਰਤੀ ਕਰਕੇ ਸਿਮਰਨ ਕਰਦੇ ਹੋਏ ਅੰਤਰਮੁਖੀ ਇਸ਼ਨਾਨ ਕਰੇ, ਅੰਤਸ਼ਕਰਣ ਦੀ ਸਾਰੀ ਮੈਲ ਉਤਰ ਜਾਂਦੀ ਹੈ, ਹਿਰਦਾ ਸ਼ੁੱਧ ਹੋ ਜਾਂਦਾ ਹੈ। ਜਿਤਨਾ ਚਿਰ ਅੰਤਰ ਸ਼ੁੱਧੀ ਨਹੀਂ ਹੋਈ, ਬਾਹਰੋਂ ਭਾਵੇਂ ਜਿੰਨੇ ਮਰਜ਼ੀ ਇਸ਼ਨਾਨ ਕਰੀ ਜਾਈਏ। ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ, ਅੰਤਰ ਮੈਲ ਜੇ ਤੀਰਥ ਨਹਾਵੈ, ਤਿਸ ਬੈਕੁੰਠ ਨਾ ਜਾਣਾ। ਅੰਦਰ ਮੈਲ ਹੈ, ਈਰਖਾ ਹੈ, ਦਵੈਸ਼ ਹੈ, ਹਉਮੈ ਹੈ, ਮਮਤਾ ਹੈ, ਤ੍ਰਿਸ਼ਨਾ ਹੈ, ਆਸ਼ਾ ਹੈ। ਅੰਦਰ ਕਈ ਪ੍ਰਕਾਰ ਦੇ ਵਿਕਾਰ ਹਨ, ਬੁਰਾਈਆਂ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਬਖੀਲੀ, ਦਵੈਸ਼, ਨਿੰਦਾ, ਚੁਗਲੀ, ਕਿਤਨਾ ਕੁਝ ਹੀ ਸਾਡੇ ਅੰਦਰ ਆੜ ਕਬਾੜ ਭਰਿਆ ਹੋਇਆ ਹੈ। ਬਾਹਰੋਂ ਅਸੀਂ ਤੀਰਥਾਂ ਤੇ ਇਸ਼ਨਾਨ ਕਰਦੇ ਫਿਰੀਏ, ਸਤਿਗੁਰੂ ਫਰਮਾਉਂਦੇ ਨੇ, ਬੈਕੁੰਠ ਨਹੀਂ ਜਾਓਗੇ, ਸੱਚਖੰਡ ਨਹੀਂ ਜਾਓਗੇ। ਬੈਕੁੰਠ ਦਾ ਵੀ ਸਾਧ ਸੰਗਤ ਜੀ ਬੜਾ ਵਧੀਆ ਅਰਥ ਹੈ। ਵੈਕੁੰਠ, ਜਿੱਥੇ ਕੁੰਠਾ ਨਾਸ ਹੋ ਜਾਂਦੀ ਹੈ, ਜਿੱਥੇ ਮਨ ਦੀ ਚਿੰਤਾ, ਫਿਕਰ, ਡਰ, ਅੰਦਰਲੇ ਵਿਕਾਰ ਨਾਸ ਹੋ ਜਾਂਦੇ, ਉੱਥੇ ਆਨੰਦ ਬਣ ਜਾਂਦਾ ਹੈ। ਕਹਾਂ ਬੈਕੁੰਠ ਜੈ ਕੀਰਤਨ ਤੇਰਾ। ਜਿੱਥੇ ਵਾਹਿਗੁਰੂ ਦੀ, ਪਰਮੇਸ਼ਰ ਦੀ ਉਸਤਤ ਹੁੰਦੀ ਹੈ, ਉੱਥੇ ਆਨੰਦ ਹੈ, ਉੱਥੇ ਖੁਸ਼ੀ ਹੈ, ਉੱਥੇ ਖੇੜਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਗਰੀਬ ਨਵਾਜ ਕਹਿੰਦੇ, ਐਸੇ ਅੰਤਰਮੁਖੀ ਤੀਰਥ ਤੇ ਇਸ਼ਨਾਨ ਕਰਨ ਨਾਲ ਅੰਤਸ਼ਕਰਣ ਦੀ ਸ਼ੁੱਧੀ ਹੁੰਦੀ ਹੈ, ਮਨ ਸ਼ੁੱਧ ਹੋ ਜਾਂਦਾ ਹੈ। ਸਿੱਧਾ ਨੇ ਫਿਰ ਪ੍ਰਸ਼ਨ ਕੀਤਾ, ਮਹਾਰਾਜ ਤੀਰਥਾਂ ਤੇ ਨਹਾਉਣ ਵਾਲੇ ਹੰਕਾਰੀ ਹੋ ਜਾਂਦੇ ਨੇ, ਅੰਤਰਮੁਖੀ ਤੀਰਥ ਤੇ ਨਹਾਉਣ ਵਾਲਿਆਂ ਦੇ ਮਨ 'ਚ ਹੰਕਾਰ ਨਹੀਂ ਆਉਂਦਾ। ਸਤਿਗੁਰੂ ਕਹਿੰਦੇ, ਭਾਈ ਅੰਤਰਮੁਖੀ ਤੀਰਥ ਜਿਹੜਾ ਨਾਮ ਦਾ ਤੀਰਥ ਹੈ, ਉਹਦੇ ਤੇ ਇਸ਼ਨਾਨ ਕਰਨੇ ਨਾਲ ਸਗੋਂ ਹਉਮੈ ਦੂਰ ਹੁੰਦੀ ਹੈ ਤੇ ਮਨ ਨੀਵਾਂ ਹੁੰਦਾ ਹੈ। ਉਹ ਬਚਨ ਕਹਿੰਦੇ ਨੇ, ਸਭ ਗੁਣ ਤੇਰੇ ਮੈਂ ਨਾਹੀ ਕੋਏ। ਹੇ ਵਾਹਿਗੁਰੂ, ਜਿੰਨਾ ਕੁਝ ਸਾਨੂੰ ਪ੍ਰਾਪਤ ਹੋਇਆ ਹੈ, ਜਿੰਨੇ ਦੈਵੀ ਗੁਣ, ਦੈਵੀ ਸੰਪਦਾ ਦੇ ਚੰਗੇ ਗੁਣ ਸਾਡੇ 'ਚ ਹਨ, ਉਹ ਤੁਹਾਡੇ ਹਨ। ਹੇ ਵਾਹਿਗੁਰੂ, ਤੇਰੀ ਕਿਰਪਾ ਨਾਲ ਨਸੀਬ ਹੋਏ ਹਨ, ਪ੍ਰਾਪਤ ਹੋਏ ਹਨ, ਮੇਰੇ 'ਚ ਕੋਈ ਗੁਣ ਨਹੀਂ। ਮੁਖ ਤੋਂ ਭਗਤੀ ਭਾਵਨਾ ਦੇ ਬਚਨ ਹੀ ਕਹਿੰਦੇ ਰਹਿੰਦੇ ਹਨ, ਅੱਠੇ ਪੈਰ ਹੱਥ ਜੁੜੇ ਰਹਿੰਦੇ ਹਨ, ਸੀਸ ਝੁਕਿਆ ਰਹਿੰਦਾ ਹੈ, ਸਦਾ ਰੱਬ ਤੋਂ ਡਰਦੇ ਹਨ। ਸਾਧ ਸੰਗਤ ਜੀ, ਪਰਮੇਸ਼ਰ ਦਾ ਭੈ ਮੰਨਣਾ ਭਗਤੀ ਦੇ ਵਿੱਚ ਸਭ ਤੋਂ ਜ਼ਰੂਰੀ ਹੈ। ਭੈ ਬਿਨ ਭਗਤ ਨਾ ਹੋਏ, ਭੈ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਸਾਰੇ ਮਹਾਂਪੁਰਸ਼ਾਂ ਨੇ ਇਹ ਗੱਲ ਸਿਖਾਈ ਹੈ। ਇਸਲਾਮ ਦੇ ਵਿੱਚ ਵੀ ਕੁਰਾਨ ਮਜੀਦ ਦੇ ਸੂਰਤ ਅਲ ਬਕਰਾ ਪਹਿਲੀ ਸੂਰਤ ਵਿੱਚ ਹੀ ਬਚਨ ਆਉਂਦੇ ਨੇ ਕਿ ਖੁਦਾ ਦਾ ਹੁਕਮ ਹੈ, ਹਜ਼ਰਤ ਰਸੂਲ ਅੱਲਾ ਮੁਹੰਮਦ ਸਾਹਿਬ ਜੀ ਨੂੰ ਹੁਕਮ ਹੋਇਆ ਕਿ ਤੁਸੀਂ ਦੁਨੀਆ ਤੇ ਜਾ ਕੇ ਦੁਨੀਆ ਦੇ ਲੋਕਾਂ ਨੂੰ ਰੱਬ ਤੋਂ ਡਰਾਓ। ਜਿਹੜਾ ਬੰਦਾ ਰੱਬ ਤੋਂ ਡਰਦਾ ਹੈ, ਉਹ ਪਾਪਾਂ ਤੋਂ ਵੀ ਤੋਬਾ ਕਰੇਗਾ, ਬੁਰਾਈਆਂ ਤੋਂ ਬਚੇਗਾ। ਜਿਹੜਾ ਬੰਦਾ ਰੱਬ ਤੋਂ ਨਹੀਂ ਡਰਦਾ, ਉਹ ਬੁਰਾਈਆਂ ਤੋਂ ਵੀ ਨਹੀਂ ਡਰਦਾ, ਪਾਪਾਂ ਤੋਂ ਵੀ ਨਹੀਂ ਡਰਦਾ।
ਉਹ ਪਾਪ ਕਰੀ ਜਾਂਦਾ ਹੈ। ਉਸ ਰੱਬ ਦੇ ਰੰਗ ਬੜੇ ਨਿਆਰੇ ਹਨ। ਸਾਧ ਸੰਗਤ ਜੀ, ਖਿਨ ਮੈਂ ਅਵਰ ਖਿਨੈ ਮੈਂ ਅਵਰਾ, ਅਚਰਜ ਚਲਤ ਤੁਮਾਰੇ। ਖਿਨ ਵਿੱਚ ਹੋਰ ਤੇ ਖਿਨ 'ਚ ਹੋਰ ਖੇਡ ਰਚਾ ਦੇਣੀ ਹੈ। ਇਸ ਕਰਕੇ ਵੀ ਡਰਨਾ ਹੀ ਚਾਹੀਦਾ ਹੈ। ਪੰਜਾਬੀ ਦੇ ਸ਼ਾਇਰ ਸ਼ਾਹ ਮੁਹੰਮਦ ਨੇ ਸਿੰਘਾਂ ਤੇ ਫਰੰਗੀਆਂ ਦਾ ਜਿਹੜਾ ਜੰਗਨਾਮਾ ਲਿਖਿਆ ਹੈ, ਜਿਹਦੇ ਵਿੱਚ ਉਹ ਕਹਿੰਦਾ, ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ। ਉਸ ਜੰਗਨਾਮੇ ਦੀ ਪਹਿਲੀ ਬੈਂਤ ਵਿੱਚ ਬੜੇ ਕਮਾਲ ਦੀ ਗੱਲ ਕਰਦਾ ਹੈ। ਅਵਲ ਹਮਦ ਜਨਾਬ ਖੁਦਾਏ ਦੀ ਨੂੰ, ਰੰਗ ਰੰਗ ਦੇ ਖੇਲ ਦਿਖਾਉਂਦਾ ਈ। ਸਫਾ ਪਿਛਲੀਆਂ ਸਭ ਵਲੇਟ ਲੈਂਦਾ, ਅੱਗੇ ਹੋਰ ਦੀ ਹੋਰ ਵਿਛਾਉਂਦਾ ਈ। ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ, ਪਾਤਸ਼ਾਹ ਤੋਂ ਭੀਖ ਮੰਗਾਉਂਦਾ ਈ। ਉਸ ਵਾਹਿਗੁਰੂ ਤੋਂ ਸਦਾ ਡਰੀਏ, ਕੀ ਕਰ ਦੇਵੇ? ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਬੰਦੇ ਨੂੰ ਯਾਦ ਹੀ ਨਹੀਂ ਆਉਂਦਾ ਆਪਣੀ ਮਾਇਆ, ਆਪਣੀ ਬੁੱਧੀ, ਆਪਣੀ ਜਾਤੀ ਦਾ, ਆਪਣੀ ਜਵਾਨੀ ਦਾ, ਆਪਣੀ ਸੁੰਦਰਤਾ ਦਾ, ਆਪਣੀ ਵਿਦਿਆ ਦਾ, ਆਪਣੇ ਗੁਣਾਂ ਦਾ ਮਾਣ ਲਈ ਫਿਰਦਾ ਹੈ ਪਾਣੀ ਦਾ ਬੁਲਬੁਲਾ, ਕੁਛ ਵੀ ਨਹੀਂ। ਤੇ ਫਿਰ ਇਸ ਇਨਸਾਨ ਨੂੰ ਇਹੀ ਕਹਿਣਾ ਚਾਹੀਦਾ ਕਿ ਸਭ ਗੁਣ ਤੇਰੇ, ਮੈਂ ਨਾਹੀ ਕੋਏ। ਹੇ ਵਾਹਿਗੁਰੂ, ਸਾਰੇ ਗੁਣ ਤੇਰੇ ਹੀ ਹਨ, ਮੇਰਾ ਕੋਈ ਨਹੀਂ। ਤੋ ਇੱਥੋਂ ਤੱਕ ਕਥਾ ਵਿਚਾਰ ਪਿਛਲੇ ਪ੍ਰਕਰਣਾਂ 'ਚ ਹੋਈ ਸੀ। ਅਗਲੀ ਕਥਾ ਵੀ ਜਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ, 10 ਗੁਰੂ ਸਾਹਿਬਾਨ ਕਿਰਪਾ ਕਰਨਗੇ, ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨਗੇ, ਆਪਾਂ ਸਰਵਣ ਕਰੀਏ। ਸਾਰੀ ਸੰਗਤ ਪਿਆਰ ਨਾਲ, ਰਸਨਾ ਨਾਲ ਨਾਮ ਜਪੋ ਭਾਈ, ਕਿਉਂਕਿ ਕਥਾ ਦੀ ਸਮਝ ਤਾਂ ਆਵੇਗੀ, ਗੁਰਬਾਣੀ ਦੀ ਸਮਝ ਤਾਂ ਆਵੇਗੀ ਵੀ ਜੇ ਅਸੀਂ ਨਾਮ ਜਪਾਂਗੇ, ਵਾਹਿਗੁਰੂ 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 ਮੂੰਹ ਨਾਲ ਕਰੀ ਜਾਓ। ਆਪਣੇ ਅੰਦਰ ਅੰਦਰ ਆਵਾਜ਼, ਆਪਣੀ ਰਸਨਾ ਵੀ ਪਵਿੱਤਰ ਹੋਵੇਗੀ, ਆਪਣੇ ਸਵਾਸ ਵੀ ਪਵਿੱਤਰ ਹੋਣਗੇ। ਜਿਹੜੀਆਂ ਸਰੀਰ ਦੀਆਂ 72,000 ਨਾੜੀਆਂ ਨੇ, ਸਾਧ ਸੰਗਤ ਜੀ, ਵਾਹਿਗੁਰੂ 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 ਕਹਿਣ ਨਾਲ ਉਹ ਸਾਰੀਆਂ ਹੀ ਪਵਿੱਤਰ ਹੋ ਜਾਂਦੀਆਂ ਹਨ। ਸੋ ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਮ। ਆਓ ਪਿਆਰ ਨਾਲ ਸਤਿਗੁਰੂ ਜੀ ਦੀ ਬਾਣੀ ਸੁਣੀਏ। ਸਾਰੀ ਸੰਗਤ ਰਸਨਾ ਨੂੰ ਪਵਿੱਤਰ ਕਰੋ। ਗੱਜ ਵੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਿਨ ਗੁਣ ਕੀਤੇ ਭਗਤ ਨ ਹੋਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਹੈ ਵਾਹਿਗੁਰੂ, ਸਾਰੇ ਗੁਣ ਤੇਰੇ ਹੀ ਹਨ, ਮੇਰੇ 'ਚ ਕੋਈ ਗੁਣ ਨਹੀਂ। ਸਭ ਗੁਣ ਤੇਰੇ, ਮੈਂ ਨਾਹੀ ਕੋਏ। ਵਿਣ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਗੁਣਾਂ ਦੇ ਭਗਤੀ ਨਹੀਂ ਹੁੰਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਗਤੀ ਦੀ ਜਾਚ ਸਿੱਖਣੀ ਹੋਵੇ ਤਾਂ ਸਾਧ ਸੰਗਤ ਜੀ, ਇੱਕ ਪਤੀ ਵਰਤਾ ਇਸਤਰੀ ਤੋਂ ਸਿੱਖ ਸਕਦੇ ਹੋ, ਜਿਹੜੀ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਪੂਜਦੀ ਹੈ, ਪਤੀ ਦੀ ਸੇਵਾ ਕਰਦੀ ਹੈ, ਪਤੀ ਨੂੰ ਪ੍ਰਸ਼ਾਦਾ ਛਕਾਉਂਦੀ ਹੈ, ਪਤੀ ਦੇ ਕੱਪੜੇ ਬਸਤਰ ਧੋਂਦੀ ਹੈ, ਪਤੀ ਦੀ ਸੰਤਾਨ ਨੂੰ ਜਨਮ ਦਿੰਦੀ ਹੈ, ਪਤੀ ਦੀ ਸੰਤਾਨ ਨੂੰ ਪਾਲਦੀ ਹੈ, ਪਤੀ ਦੇ ਮਾਂ-ਬਾਪ ਦੀ ਵੀ ਸੇਵਾ ਕਰਦੀ ਹੈ, ਪਤੀ ਦੇ
ਘਰ ਨੂੰ ਚੰਗੀ ਤਰ੍ਹਾਂ ਸਾਂਭ ਕੇ ਆਏ ਗਏ ਦੀ ਜਲ ਪਾਣੀ ਨਾਲ ਟਹਿਲ ਸੇਵਾ ਕਰਦੀ ਹੈ ਔਰ ਅੱਠੇ ਪੈਰ ਆਪਣੇ ਪਤੀ ਦੇ ਅੱਗੇ ਹੱਥ ਜੋੜ ਕੇ ਖੜੀ ਰਹਿੰਦੀ ਹੈ। ਉਹਨੂੰ ਕਈ ਗੁਣ ਸਿਖਾਣੇ ਪੈਂਦੇ ਆ। ਮਾਂ ਬਾਪ ਵੀ, ਸਿਆਣੀ ਮਾਂ ਵੀ ਆਪਣੀ ਧੀ ਨੂੰ ਸਿਖਾ ਕੇ ਤੋਰਦੀ ਹੈ, ਬੇਟਾ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਪੂਜੀ, ਪਤੀ ਵਿੱਚ ਪਰਮੇਸ਼ਰ ਭਾਵਨਾ ਰੱਖੀ, ਸਹੁਰੇ ਦੀ, ਸੱਸ ਦੀ, ਮਾਤਾ ਪਿਤਾ ਸਮਾਨ ਸੇਵਾ ਕਰੀ ਅਤੇ ਭਾਵਨਾ ਦੇ ਨਾਲ ਇਸਤਰੀ 'ਚ ਸਾਧ ਸੰਗਤ ਜੀ ਭਾਵਨਾ ਜ਼ਿਆਦਾ ਮੰਨੀ ਗਈ ਹੈ। ਠੀਕ ਹੈ ਵੀ ਹੁਣ ਕਲਯੁਗ ਦਾ ਸਮਾਂ ਆਉਣ ਕਰਕੇ ਕਈ ਪ੍ਰਕਾਰ ਦਾ ਮਾਹੌਲ ਸਾਡੇ ਸਮਾਜ ਵਿੱਚ ਬਣ ਰਿਹਾ ਹੈ। ਸਾਨੂੰ ਗਿਆਨ ਸੋਝੀ ਘੱਟ ਹੈ। ਮੇਰੀਆਂ ਧੀਆਂ ਭੈਣਾਂ ਨੂੰ ਅੱਜ ਪੇਕਿਆਂ ਵੱਲੋਂ ਵੀ ਕੁਝ ਸਿੱਖਿਆ ਚੰਗੀ ਨਹੀਂ ਮਿਲ ਰਹੀ ਹੁੰਦੀ। ਕਈ ਵਾਰੀ ਸਮਾਜ ਵਿੱਚੋਂ, ਸਕੂਲਾਂ ਕਾਲਜਾਂ ਵਿੱਚੋਂ ਵੀ ਚੰਗੀ ਸਿੱਖਿਆ ਨਹੀਂ ਮਿਲ ਪਾਉਂਦੀ ਤੇ ਕਈ ਥਾਵਾਂ ਤੇ ਇਸ ਦੇ ਉਲਟ ਵੀ ਵੇਖਿਆ ਜਾਂਦਾ ਹੈ। ਪਰ ਜਿਹੜੀਆਂ ਚੰਗੀਆਂ ਖਾਨਦਾਨੀਆਂ ਹਨ, ਚੰਗੇ ਪਰਿਵਾਰ ਹਨ, ਉੱਥੇ ਚੰਗੀ ਸਿੱਖਿਆ ਜ਼ਰੂਰ ਦਿੱਤੀ ਜਾਂਦੀ ਸੀ। ਸਤਿਗੁਰੂ ਅਮਰਦਾਸ ਮਹਾਰਾਜ ਦੀ ਨੂੰਹ ਲੱਗਦੀ ਸੀ ਬੀਬੀ ਅਮਰੋ, ਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਪੁੱਤਰੀ ਲੱਗਦੀ ਸੀ। ਗੁਰੂ ਅਮਰਦਾਸ ਸਾਹਿਬ ਦੀ ਭਤੀਜੇ ਨੂੰਹ ਸੀ ਤੇ ਗੁਰੂ ਅੰਗਦ ਦੇਵ ਜੀ ਦੀ ਬੇਟੀ ਸੀ ਬੀਬੀ ਅਮਰੋ, ਜਿਹੜੀ ਬਾਸਰ ਕੇ ਗੁਰੂ ਅਮਰਦਾਸ ਦੇ ਭਤੀਜੇ ਨੂੰ ਵਿਆਹੀ ਹੋਈ ਸੀ। ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਮਹਿਮਾ ਸੁਣੀ, ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਦੇ ਮੂੰਹ ਤੋਂ ਹੀ ਸੁਣੀ ਸੀ, ਗੁਰਬਾਣੀ ਸੁਣੀ ਸੀ। ਅੰਮ੍ਰਿਤ ਵੇਲੇ ਉਹ ਬਾਣੀ ਪੜ੍ਹਦੀ ਸੀ, ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਿਨੇਹਾ। ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਬੀਬੀ ਸਵੇਰੇ ਸਵੇਰੇ ਪੜ੍ਹ ਰਹੀ। ਅਮਰਦਾਸ ਜੀ ਸੁਣ ਕੇ ਕਹਿਣ ਲੱਗੇ, ਪੁੱਤਰ ਬੇਟਾ ਇਹ ਜਿਹੜਾ ਤੂੰ ਸ਼ਬਦ ਪੜ੍ਹਦੀ ਹੈ ਕਿਹਦਾ ਹੈ? ਕਹਿਣ ਲੱਗੀ, ਤਾਇਆ ਜੀ, ਪਿਤਾ ਜੀ, ਇਹ ਮੇਰੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ। ਅਮਰਦਾਸ ਜੀ ਪੁੱਛਿਆ, ਪੁੱਤਰ ਇਹ ਬਾਣੀ ਰਚਨ ਵਾਲੇ ਕਿੱਥੇ ਰਹਿੰਦੇ ਹਨ? ਕਹਿਣ ਲੱਗੀ, ਸਤਿਗੁਰੂ ਜੀ ਤਾਂ ਇਸ ਵੇਲੇ ਸੱਚਖੰਡ ਪਿਆਨਾ ਕਰ ਗਏ ਨੇ, ਜੋਤੀ ਜੋਤ ਸਮਾ ਗਏ ਨੇ। ਉਹਨਾਂ ਦੀ ਥਾਂ ਤੇ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਹਨ। ਕਹਿਣ ਲੱਗੇ, ਸਾਨੂੰ ਵੀ ਉਹਨਾਂ ਦੇ ਕੋਲ ਲੈ ਕੇ ਚੱਲ। ਅੱਗੋਂ ਉਸ ਬੇਟੀ ਨੇ ਜਿਹੜਾ ਜਵਾਬ ਦਿੱਤਾ, ਸਾਧ ਸੰਗਤ ਜੀ, ਜੇ ਅੱਜ ਦੀਆਂ ਧੀਆਂ ਸਮਝ ਜਾਣ ਔਰ ਮਾਪੇ ਵੀ ਉਹ ਸਿੱਖਿਆ ਦੇ ਦੇਣ, ਤੇ ਸਾਧ ਸੰਗਤ ਜੀ ਜਿਹੜੇ ਸਾਡੇ ਘਰਾਂ 'ਚ ਤਲਾਕ ਹੋ ਰਹੇ ਨੇ ਇਹ ਨਾ ਹੋਣ। ਕਹਿਣ ਲੱਗੀ, ਸਤਿਗੁਰੂ ਪਿਤਾ ਜੀ, ਮੇਰੇ ਸਤਿਗੁਰੂ ਪਿਤਾ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੇ ਮੈਨੂੰ ਜਦੋਂ ਤੁਹਾਡੇ ਘਰ ਵਿਆਹ ਕੇ ਤੋਰਿਆ ਹੈ ਤਾਂ ਉਹਨਾਂ ਨੇ ਆਖਿਆ, ਪੁੱਤਰੀ ਹੁਣ ਤੇਰਾ ਘਰ ਸਹੁਰਾ ਘਰ ਹੀ ਹੈ। ਮੈਨੂੰ ਮੇਰੇ ਪਿਤਾ ਨੇ, ਗੁਰੂ ਅੰਗਦ ਦੇਵ ਜੀ ਨੇ ਇਹ ਸਿੱਖਿਆ ਦਿੱਤੀ ਹੈ ਕਿ ਤੇਰਾ ਘਰ ਹੁਣ ਸਹੁਰਾ ਘਰ ਹੈ ਤੇ ਸਹੁਰੇ ਘਰ ਹੀ ਰਹੀਂ, ਪੇਕੇ ਘਰ ਨਹੀਂ ਆਉਣਾ। ਜੇ ਕੋਈ ਵਿਆਹ ਸ਼ਾਦੀ ਤੇ ਲੋੜ ਪਈ ਅਸੀਂ ਤੈਨੂੰ ਬੁਲਾਵਾਂਗੇ ਤਾਂ ਆਵੀਂ, ਬਿਨਾਂ ਬੁਲਾਇਆ ਨਾ ਆਵੀਂ। ਬਿਨਾਂ ਬੁਲਾਇਆ ਪੇਕੇ ਘਰ ਨਾ ਆਵੀਂ। ਤਾਂ ਤਾਇਆ ਜੀ ਮੈਂ ਹੁਣ ਆਪਣੇ ਪੇਕੇ ਘਰ ਜਾ ਨਹੀਂ ਸਕਦੀ ਤੁਹਾਨੂੰ ਲੈ ਕੇ। ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਪੁੱਤਰ ਗੱਲ ਤੇਰੀ ਠੀਕ ਹੈ, ਚੰਗੇ ਮਾਂ ਬਾਪ ਆਪਣੀਆਂ ਧੀਆਂ ਨੂੰ ਇਹੋ ਜਿਹੀ ਸਿੱਖਿਆ ਹੀ ਦਿੰਦੇ ਹਨ, ਪਰ ਮੈਂ ਤੇਰੇ ਪਿਤਾ ਜੀ ਸਤਿਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨੇ ਹਨ, ਇਸ ਕਰਕੇ ਮੇਰੀ ਬੇਨਤੀ ਮੰਨ, ਮੈਨੂੰ ਤੂੰ ਲੈ ਚੱਲ ਸਤਿਗੁਰਾਂ ਦੇ ਚਰਨਾਂ ਵਿੱਚ। ਮੈਂ ਤੇਰੇ ਵੱਲੋਂ ਮਾਫੀ ਮੰਗ ਲਵਾਂਗਾ ਕਿ ਮੈਂ ਇਸ ਬੇਟੀ ਨੂੰ ਜ਼ਬਰਦਸਤੀ ਲੈ ਕੇ ਆਇਆ ਹਾਂ। ਫਿਰ ਬੀਬੀ ਅਮਰੋ
ਸਤਿਗੁਰੂ ਅਮਰਦਾਸ ਸਾਹਿਬ ਜੀ ਨੂੰ ਲੈ ਕੇ ਸ੍ਰੀ ਖੰਡੂਰ ਸਾਹਿਬ ਆਈ ਸੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ। ਤੇ ਬੀਬੀ ਭਾਨੀ ਨੂੰ ਵੀ ਮਹਾਰਾਜ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਜਦੋਂ ਵਿਆਹਿਆ ਸੀ ਉਦੋਂ ਵੀ ਇਹ ਸਿੱਖਿਆ ਦਿੱਤੀ ਸੀ ਵੀ ਪੁੱਤਰ 3 ਭੱਬੇ ਯਾਦ ਰੱਖਣੇ ਐ। ਇੱਕ ਤਾਂ ਕੋਈ ਬਚਨ ਪਤੀ ਦੇਵ ਕਹਿ ਦੇਣ ਦੇ ਆਖਣਾ ਹੈ ਭਲਾ ਜੀ। ਦੂਸਰਾ ਕੋਈ ਗਲਤੀ ਹੋ ਜਾਵੇ ਤੇ ਕਹਿ ਦੇਣਾ ਭੁੱਲੀ ਜੀ। ਤੇ ਜੇ ਕੋਈ ਘਰ ਦੇ ਵਿੱਚ ਗਰੀਬੀ ਅਮੀਰੀ ਦੁੱਖ ਸੁੱਖ ਭਾਣਾ ਵਰਤ ਜਾਵੇ ਤੇ ਆਖਣਾ ਭਾਣਾ ਜੀ। ਇਹ 3 ਭੱਬਿਆਂ ਦਾ ਦਾਜ ਦਿੱਤਾ ਸੀ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਨੂੰ। ਸਾਧ ਸੰਗਤ ਜੀ, ਇਸਤਰੀ ਦਾ ਸਭ ਤੋਂ ਵੱਡਾ ਗੁਣ ਹੈ ਆਪਣੇ ਪਤੀ ਦੀ ਟਹਿਲ ਸੇਵਾ ਕਰਨੀ ਔਰ ਆਪਣੇ ਸਹੁਰੇ ਪਰਿਵਾਰ ਨੂੰ ਆਪਣੇ ਘਰ ਨੂੰ ਆਪਣਾ ਘਰ ਸਮਝ ਕੇ ਵਸਾ ਲੈਣਾ। ਪੇਕੇ ਘਰ ਤਾਂ ਮਹਾਰਾਜ ਨੇ ਬਾਣੀ 'ਚ ਲਿਖ ਦਿੱਤਾ ਹੈ, ਪੇਵਕੜਾ ਦਿਨ 4 ਹੈ ਸਹੁਰੜੇ ਜਾਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪੇਕੇ ਘਰ ਤੇ 4 ਦਿਨ ਰਹਿਣਾ, ਬਾਕੀ ਜ਼ਿੰਦਗੀ ਤੇ ਸਹੁਰੇ ਘਰ ਹੀ ਬਤੀਤ ਕਰਨੀ। ਉਸ ਘਰ ਨੂੰ ਆਪਣਾ ਸਮਝੋ। ਤੇ ਉੱਥੇ ਕਿਹੜੀ ਔਰਤ, ਕਿਹੜੀ ਇਸਤਰੀ, ਕਿਹੜੀ ਬੀਬੀ ਕਾਮਯਾਬ ਹੋ ਸਕਦੀ ਹੈ ਜਿਹਦੇ ਕੋਲ ਗੁਣ ਹੋਣਗੇ। ਪੁਰਾਣੀਆਂ ਮਾਈਆਂ ਆਪਣੀ ਧੀਆਂ ਨੂੰ ਸਿਖਾਉਂਦੀਆਂ ਸੀ ਉਸ ਜ਼ਮਾਨੇ ਦੇ ਮੁਤਾਬਕ, ਫੁਲਕਾਰੀਆਂ ਬਣਾਇਆ ਕਰ ਪੁੱਤਰ, ਕਸੀਦਾ ਕੱਢਿਆ ਕਰ। ਕੱਢ ਕਸੀਦਾ ਪਹਿਰੈਂ ਚੋਲੀ ਤਾਂ ਤੁਮ ਜਾਣੋ ਨਾਰੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੀ ਗੱਲ ਲਿਖੀ ਹੈ, ਕੋਈ ਬਚਨ ਐਸਾ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਲਿਖਿਆ ਹੋਇਆ। ਕਹਿੰਦੇ ਕਸੀਦਾ ਕੱਢ ਕੇ ਸੋਹਣੇ ਬਸਤਰ ਬਣਾ ਕੇ ਸਹੁਰੇ ਘਰ 'ਚ ਰਹਿਣਾ ਸਿੱਖਣਾ, ਭਾਂਡੇ ਮਾਂਜਣੇ, ਕੱਪੜੇ ਧੋਣੇ, ਝਾੜੂ ਫੇਰਨਾ, ਪ੍ਰਸ਼ਾਦਾ ਦਾਲ ਸਬਜ਼ੀ ਤਿਆਰ ਕਰਨੀ, ਆਏ ਗਏ ਨੂੰ ਅਟੈਂਡ ਕਰਨਾ, ਸਭ ਦੇ ਨਾਲ ਮਿੱਠਾ ਬੋਲਣਾ। ਇਹ ਗੁਣ ਹੋਣਗੇ ਤਾਂ ਹੀ ਸਹੁਰੇ ਘਰ 'ਚ ਵਸੇਗੀ। ਜੇ ਚੱਜ ਆਚਾਰ ਹੀ ਕੋਈ ਨਹੀਂ, ਨਾ ਬਹਿਣ ਦਾ, ਨਾ ਉੱਠਣ ਦਾ, ਨਾ ਖਾਣ ਦਾ, ਨਾ ਪੀਣ ਦਾ, ਨਾ ਧੋਣ ਦਾ, ਨਾ ਮਾਂਜਣ ਦਾ, ਫਿਰ ਉਹਨੂੰ ਕੀ ਕਹਿੰਦੇ ਐ? ਉਹਨੂੰ ਕਹਿੰਦੇ ਕੁਚੱਜੀ। ਇਹਨੂੰ ਚੱਜ ਕੋਈ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੀ ਇਸਤਰੀ ਨੂੰ ਚੱਜ ਕੋਈ ਨਹੀਂ ਉਹ ਕੁਚੱਜੀ ਹੈ। ਮਹਾਰਾਜ ਨੇ ਉਹਦੇ ਬਾਰੇ ਵੀ ਸੂਈ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਹੈ, ਮੰਝ ਕੁਚੱਜੀ ਅਮਾਵਣ ਡੋਸੜੇ ਹੋਂ ਕਿਉਂ ਸੋ ਰਾਵਣ ਜਾਓ ਜੀਓ। ਮੈਂ ਕੁਚੱਜੀ ਹਾਂ, ਮੇਰੇ 'ਚ ਦੋਸ਼ ਨੇ, ਮੈਂ ਪਤੀ ਦੀ ਕਿਵੇਂ ਭਗਤੀ ਕਰਾਂਗੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੈਂ ਆਪਣੇ ਪਤੀ ਨੂੰ ਕਿਵੇਂ ਪ੍ਰਸੰਨ ਕਰਾਂਗੀ ਜਿਹਨੂੰ ਚੱਜ ਚਾਰ ਹੀ ਨਹੀਂ ਆਉਂਦਾ, ਰਹਿਣੀ ਬਹਿਣੀ ਨਹੀਂ ਆਉਂਦੀ, ਬੋਲ ਚਾਲ ਹੀ ਨਹੀਂ ਆਉਂਦਾ, ਤੌਰ ਤਰੀਕਾ ਹੀ ਨਹੀਂ ਆਉਂਦਾ। ਮੰਝ ਕੁਚੱਜੀ ਅਮਾਵਣ ਡੋਸੜੇ ਹੋਂ ਕਿਉਂ ਸੋ ਰਾਵਣ ਜਾਓ ਜੀਓ। ਇੱਕ ਤੂੰ ਇੱਕ ਚੜ੍ਹਾਉਂਦੀਆਂ ਕੌਣ ਜਾਣਾ ਮੇਰਾ ਨਾਮ ਜੀਓ। ਸਹੁਰੇ ਘਰ ਜਾ ਕੇ ਵਸਣ ਵਾਲੀਆਂ ਇੱਕ ਤੋਂ ਇੱਕ ਚੜ੍ਹਦੀਆਂ ਪਈਆਂ ਨੇ। ਮੈਨੂੰ ਨਕੰਮੀ ਨੂੰ, ਨਚੱਜੀ ਨੂੰ, ਕੁਚੱਜੀ ਨੂੰ ਕੌਣ ਜਾਣਦਾ ਹੈ। ਵਿਣ ਗੁਣ ਕੀਤੇ ਭਗਤ ਨਾ ਹੋਏ, ਬਿਨਾਂ ਗੁਣਾਂ ਦੇ ਭਗਤੀ ਨਹੀਂ ਹੁੰਦੀ। ਸਾਧ ਸੰਗਤ ਜੀ, ਅੱਜ ਸਾਡੇ ਸਿੱਖ ਸਮਾਜ ਵਿੱਚੋਂ ਦਿਨੋਂ ਦਿਨ ਭਗਤੀ ਖਾਸ ਕਰਕੇ ਉੱਡਦੀ ਜਾ ਰਹੀ ਹੈ। ਭਗਤੀ ਕੀ ਹੁੰਦੀ ਹੈ ਸਾਨੂੰ ਪਤਾ ਹੀ ਨਹੀਂ। ਭਗਤੀ ਭਾਵਨਾ ਸਹਿਤ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਭਗਤੀ ਕੀਤੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਨੂੰ ਕਹਿੰਦੇ ਭਗਤੀ। ਅੱਠੇ ਪੈਰ ਹੱਥ ਜੁੜੇ ਰਹਿਣੇ, ਸੇਵਾ 'ਚ ਖੜੇ ਰਹਿਣਾ। ਜੇ ਅੱਧੀ ਰਾਤ ਨੂੰ ਵੀ ਗਰੀਬ ਨਵਾਜ਼ ਨੇ ਆਖ ਦਿੱਤਾ ਜਾ ਲੈਣਿਆ ਕੱਪੜੇ ਧੋ ਕੇ ਲਿਆ, ਸੁਕਾ ਕੇ ਲਿਆ, ਹੁਣੇ ਲਿਆ, ਰਾਤ ਵੀ ਪੋਹ ਮਾਗਦੀ। 7 ਵਜਨ ਕਹਿ ਕੇ ਤੁਰ ਪਏ ਕੱਪੜੇ ਚੁੱਕ ਕੇ। ਜਦੋਂ
ਖੂਹ ਵੱਲ ਜਾਣ ਲੱਗੇ, ਇੱਕ ਪੈਰ ਦਰਵਾਜ਼ੇ ਦੇ ਅੰਦਰ ਰਹਿ ਗਿਆ, ਇੱਕ ਬਾਹਰ ਚਲਾ ਗਿਆ। ਪਿੱਛੋਂ ਆਵਾਜ਼ ਮਾਰ ਕੇ ਗੁਰੂ ਨਾਨਕ ਸਾਹਿਬ ਫਿਰ ਸਵਾਲ ਕੀਤਾ, ਪੁੱਛਿਆ, ਲੈਣਿਆ ਰਾਤ ਕਿੰਨੀ ਬੀਤੀ, ਦਿਨ ਕਿੰਨਾ ਚੜ੍ਹਿਆ? ਅੱਧੀ ਰਾਤ ਨੂੰ। ਸਾਡੇ ਵਰਗਾ ਹੁੰਦਾ ਤੇ ਕਹਿੰਦਾ, ਬਾਬਾ ਜੀ ਇੱਕ ਗੱਲ ਪੁੱਛੋ, ਰਾਤ ਕਿੰਨੀ ਬੀਤੀ ਹੈ, ਦਿਨ ਕਿੱਥੇ ਆ ਗਿਆ ਹੁਣੇ ਅੱਧੀ ਰਾਤ ਨੂੰ? ਪਰ ਗੁਰੂ ਸਾਹਿਬ ਸਵਾਲ ਹੀ ਅਜੀਬ ਕੀਤਾ, ਕਹਿਣ ਲੱਗੇ ਰਾਤ ਕਿੰਨੀ ਬੀਤੀ ਹੈ ਤੇ ਦਿਨ ਕਿੰਨਾ ਚੜ੍ਹਿਆ ਹੈ? ਉਹ ਕਹਿਣ ਲੱਗੇ, ਗਰੀਬ ਨਵਾਜ਼, ਜਿੰਨੀ ਰਾਤ ਤੁਸੀਂ ਬਤੀਤ ਕਰਾਈ ਹੈ ਓਨੀ ਹੋ ਗਈ ਹੈ, ਜਿੰਨਾ ਦਿਨ ਤੁਸੀਂ ਚੜ੍ਹਾਇਆ ਹੈ ਓਨਾ ਚੜ੍ਹ ਗਿਆ ਹੈ। ਇਹਨੂੰ ਭਗਤੀ ਕਹਿੰਦੇ ਹੈ। ਖੂਹ ਤੇ ਜਾ ਕੇ ਪੋਹ ਮਾਘ ਦੀ ਰਾਤ, ਅੱਧੀ ਰਾਤ ਨੂੰ ਕੱਪੜੇ ਧੋਏ, ਜਦੋਂ ਨਿਚੋੜੇ ਤੇ ਸਾਧ ਸੰਗਤ ਜੀ ਸੂਰਜ ਉਹ ਚੜ੍ਹਿਆ ਜਿਹੜਾ ਜੇਠ ਹਾੜ ਦੀ ਦੁਪਹਿਰ ਨੂੰ ਚੜ੍ਹਦਾ। ਅੱਧੀ ਰਾਤੀ ਸੂਰਜ ਚੜ੍ਹ ਸਕਦਾ ਕਦੀ? ਪਰ ਗੁਰੂ ਨਾਨਕ ਦੇ ਗੋਲੇ ਨੇ ਚੰਦ ਤੇ ਸੂਰਜ। ਅੱਧੀ ਰਾਤ ਨੂੰ ਚੜ੍ਹਿਆ, 5 ਮਿੰਟਾਂ 'ਚ ਕੱਪੜੇ ਸੁੱਕੇ। 2 ਵਜੇ ਨੂੰ ਮਹਾਰਾਜ ਇਸ਼ਨਾਨ ਕਰਿਆ ਕਰਦੇ ਸੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ। ਕੱਪੜੇ ਹਾਜ਼ਰ ਹੋ ਗਏ। ਸਤਿਗੁਰੂ ਇਸ਼ਨਾਨ ਕਰਕੇ ਸਾਫ਼ ਵਸਤਰ ਪਹਿਨ ਲਏ, ਭਗਤੀ ਕੀਤੀ। ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ 12 ਸਾਲ ਗੋਇੰਦਵਾਲ ਤੋਂ ਗਾਗਰ ਲਿਆ ਕੇ ਜਲ ਦੀ ਗੁਰੂ ਸਾਹਿਬ ਨੂੰ ਇਸ਼ਨਾਨ ਕਰਾਉਣਾ, ਲੰਗਰ ਦੇ ਭਾਂਡੇ ਮਾਂਜਣੇ, ਦੇਗਾਂ ਚਾੜਨੀਆਂ, ਪ੍ਰਸ਼ਾਦੇ ਲਾਣੇ, ਲੱਕੜਾਂ ਪਾੜਨੀਆਂ, ਚੁੱਲ੍ਹਾ ਝੋਕਣਾ, ਝਾੜੂ ਫੇਰਨਾ। ਨਾ ਦਿਨੇ ਰਾਮ ਤੇ ਨਾ ਰਾਤੀ ਰਾਮ, 8 ਪਹਿਰ ਹੱਥ ਜੁੜੇ ਰਹਿਣੇ। ਗਰੀਬ ਨਵਾਜ਼, ਕੀ ਹੁਕਮ ਹੈ? ਜੇ ਗੁਰੂ ਅੰਗਦ ਦੇਵ ਜੀ ਨੇ ਰਾਤ ਨੂੰ ਦਿਨ ਕਹਿ ਦਿੱਤਾ ਤੇ ਉਹਨਾਂ ਨੇ ਆਖਿਆ 7 ਬਚਨ, ਜੇ ਦਿਨ ਨੂੰ ਰਾਤ ਕਹਿਤਾ ਤਾਂ ਵੀ 7 ਬਚਨ। ਇਹ ਹੁੰਦੀ ਭਗਤੀ। ਅੱਜ ਉਹ ਬੰਦੇ ਕੀ ਭਗਤੀ ਕਰਨਗੇ ਜਿਹੜੇ 10ਵੇਂ ਪਾਤਸ਼ਾਹ ਦੀ ਬਾਣੀ ਤੇ ਵੀ ਕਿੰਤੂ ਕਰੀ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਕਿੰਤੂ ਕਰੀ ਜਾਂਦੇ ਨੇ, ਇਤਿਹਾਸ ਤੇ ਕਿੰਤੂ ਕਰੀ ਜਾਂਦੇ ਨੇ, ਗੁਰਦੁਆਰੇ ਜਾ ਕੇ ਗੁਰਦੁਆਰਿਆਂ ਤੇ ਕਿੰਤੂ ਕਰੀ ਜਾਂਦੇ ਨੇ। ਸਾਡਾ ਧਿਆਨ ਹੀ ਸਾਧ ਸੰਗਤ ਜੀ ਕਿੰਤੂ ਪਰੰਤੂ ਤੇ ਰਹਿ ਗਿਆ। ਭਗਤੀ ਵਾਲੇ ਪਾਸੇ ਸਾਡਾ ਧਿਆਨ ਨਹੀਂ ਰਿਹਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵਿਣ ਗੁਣ ਕੀਤੇ ਭਗਤ ਨਾ ਹੋਏ, ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਗੁਣ ਕਿਹੜੇ ਨੇ? ਵੈਰਾਗ, ਵਿਵੇਕ, ਸਮ, ਦਮ, ਤਿਤੀਕਸ਼ਾ, ਉਪੇਕਸ਼ਾ, ਇਹ ਗੁਣ ਹਨ। ਪਹਿਲਾ ਗੁਣ ਵੈਰਾਗ ਹੈ। ਜਿਹਨੂੰ ਦੁਨੀਆ ਵੱਲੋਂ ਵੈਰਾਗ ਨਹੀਂ ਜਾਗਿਆ ਉਹ ਕੀ ਭਗਤੀ ਕਰੇਗਾ? ਸਾਡਾ ਤਾਂ ਘਰ-ਬਾਰ 'ਚ ਮੋਹ ਹੀ ਬੜਾ ਹੈ। ਧੀਆਂ ਪੁੱਤਰਾਂ 'ਚ, ਪਰਿਵਾਰ 'ਚ, ਸਰੀਰ 'ਚ, ਪਤਨੀ 'ਚ, ਪੈਸੇ 'ਚ, ਵਡਿਆਈ 'ਚ ਅਸੀਂ ਖੁੱਬੇ ਹੋਏ ਹਾਂ। ਤੇ ਆਪਾਂ ਉਂਝ ਮਾਲਾ ਫੇਰੀ ਜਾਈਏ, ਕਹੀ ਜਾਈਏ ਬੜੇ ਭਗਤਾਂ, ਬੜੇ ਭਗਤਾਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਵੇਂ ਹੀ ਅਸੀਂ ਗਿਣਤੀ ਦੇ ਸਿੱਖ ਹਾਂ ਸਾਧ ਸੰਗਤ ਜੀ। ਅੰਦਰੋਂ ਸਾਡੇ ਸਿੱਖੀ ਅਜੇ ਨਹੀਂ ਆਈ। ਉਹ ਜਿਹੜਾ ਵੈਰਾਗ ਹੈ ਤੇ ਵਿਵੇਕ ਹੈ। ਵਿਵੇਕ ਕੀ ਹੁੰਦਾ? ਵਿਵੇਕ ਹੁੰਦਾ ਵਿਚਾਰ ਕਰਨੀ ਵੀ ਸਹੀ ਕੀ ਹੈ ਤੇ ਗਲਤ ਕੀ ਹੈ, ਸਹੀ ਕੀ ਹੈ ਤੇ ਗਲਤ ਕੀ ਹੈ। ਜਿਵੇਂ ਭਾਈ ਮੂਲੇ ਖੱਤਰੀ ਨੇ ਲਿਖ ਕੇ ਭੇਜਿਆ ਸੀ ਵੀ ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ। ਇਹ ਗੱਲ ਵਿਚਾਰ ਲੈਣੀ ਵੀ ਵਿਵੇਕ ਹੈ। ਸਰੀਰ ਸਾਡਾ ਨਾਸਮਾਨ ਹੈ, ਆਤਮਾ ਸਾਡੀ ਅਮਰ ਹੈ। ਇਹ ਗੱਲ ਦਾ ਵਿਚਾਰ ਕਰਨਾ ਵੀ ਵਿਵੇਕ ਹੈ। ਇਹ ਦੁਨੀਆ ਦਾ ਮੇਲਾ 4 ਦਿਨਾਂ ਦਾ, ਅਸੀਂ ਅੱਗੇ ਜਾਣਾ, ਇਹ ਗੱਲ ਵਿਚਾਰ ਲੈਣੀ ਵਿਵੇਕ ਹੈ। ਜੇ ਇਹ ਗੁਣ ਹੋਵੇਗਾ ਤੇ ਅਸੀਂ ਭਗਤੀ ਕਰਾਂਗੇ। ਜੇ ਗੁਣ ਹੈ ਹੀ ਨਹੀਂ ਤੇ ਭਗਤੀ ਦੀ ਕਿਸੇ ਨੂੰ ਕੀ ਲੋੜ ਪਈ ਹੈ? ਜਿਹੜੇ ਬੰਦੇ ਨੂੰ ਪਤਾ ਨਹੀਂ ਵੀ ਮੇਰੇ ਤੇ ਤਲਵਾਰ ਲਟਕਦੀ ਹੈ ਉਹ ਬੇਫਿਕਰ ਸੁੱਤਾ ਹੈ। ਜਿਹਨੂੰ ਪਤਾ ਲੱਗ ਗਿਆ ਵੀ ਮੇਰੇ ਤੇ ਤਲਵਾਰ ਲਟਕਦੀ ਹੈ ਉਹ ਬਚਣ ਦਾ ਯਤਨ ਕਰੇਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਕਬੀਰ ਜੀ ਦਾ ਬਚਨ ਹੈ ਨਾ, ਉਹ ਕਹਿੰਦੇ ਅਮੋ ਜੋ ਬੂਝਾ ਬੂਝਣਾ ਪੂਰੀ ਪਰੀ ਬੁਲਾਏ। ਅਸੀਂ ਗੱਲ ਬੁੱਝ ਲਈ ਹੈ, ਅਸੀਂ ਗੱਲ ਬੁੱਝ ਲਈ ਹੈ ਵੀ ਚਲੇ ਜਾਣਾ। ਸਾਨੂੰ ਤੇ ਹਰ ਵੇਲੇ ਬਲਾ ਪਈ ਰਹਿੰਦੀ ਹੈ ਤੇ ਦੁਨੀਆ ਸੁੱਤੀ ਪਈ ਹੈ, ਕਿਉਂਕਿ ਦੁਨੀਆ ਨੂੰ ਪਤਾ ਹੀ ਨਹੀਂ ਵੀ ਇੱਥੋਂ ਜਾਣਾ। ਉਹ ਤਾਂ ਆਪਣੇ ਘਰਾਂ ਵਿੱਚ, ਪਰਿਵਾਰਾਂ ਵਿੱਚ, ਬੱਚਿਆਂ ਵਿੱਚ, ਪਤਨੀ ਵਿੱਚ, ਮੋਹ ਮਾਇਆ ਵਿੱਚ ਐਨੇ ਫਸੇ ਰਹਿੰਦੇ ਹੋ, ਖਿਆਲ ਹੀ ਨਹੀਂ ਆਉਂਦਾ ਕਿਹੜੇ ਵੇਲੇ ਮਰ ਜਾਣਾ ਹੈ, ਛੱਡ ਜਾਣਾ ਹੈ। ਉੱਧਰ ਦਾ ਫੁਰਨਾ ਹੀ ਨਹੀਂ ਬਣਦਾ। ਸੋ ਵਿਵੇਕ ਵੀ ਜ਼ਰੂਰੀ ਹੈ, ਵੈਰਾਗ ਵੀ ਜ਼ਰੂਰੀ ਹੈ। ਸਮ ਨਾਮ ਸਾਧ ਸੰਗਤ ਜੀ ਮਨ ਦੀਆਂ ਬਿਰਤੀਆਂ ਦਾ ਸ਼ਮਨ ਕਰਨਾ, ਦਮ ਨਾਮ ਬਾਹਰ ਮੁਖੀ ਇੰਦਰੀਆਂ ਜਿਹੜੀਆਂ ਬਾਹਰ ਨੂੰ ਦੌੜਦੀਆਂ ਦਾ ਦਮਨ ਕਰਨਾ, ਆਪਣੀਆਂ ਅੱਖਾਂ ਤੇ ਕੰਨਾਂ ਤੇ ਕੰਟਰੋਲ ਕਰਨਾ, ਇੰਦਰੀਆਂ ਤੇ। ਸਾਡੀਆਂ ਅੱਖਾਂ ਬੜੀਆਂ ਚੰਚਲ ਨੇ, ਰੂਪ ਵੇਖ ਕੇ ਚਲਾਇਮਾਨ ਹੋ ਜਾਂਦੀਆਂ। ਜਦੋਂ ਰੂਪ ਨੂੰ ਵੇਖੇ, ਭਾਈ ਸੰਤੋਖ ਸਿੰਘ ਜੀ ਲਿਖਿਆ ਹੈ, ਉਹ ਕਹਿੰਦੇ ਬਈ ਸਾਹਮਣੇ ਜਦੋਂ ਕੋਈ ਸੁੰਦਰ ਰੂਪ ਆਉਂਦਾ ਹੈ, ਭਾਵੇਂ ਉਹ ਇਸਤਰੀ ਦਾ ਹੈ, ਭਾਵੇਂ ਉਹ ਪੁਰਸ਼ ਦਾ ਹੈ, ਸਾਡੀਆਂ ਅੱਖਾਂ ਚੰਚਲ ਹੋ ਜਾਂਦੀਆਂ। ਅਸੀਂ ਵੇਖਦੇ ਹਾਂ, ਇੱਕ ਵਾਰੀ ਦੇਖਣਾ ਕੁਦਰਤੀ ਗੱਲ ਹੈ, ਦੂਜੀ ਵਾਰੀ ਜੇ ਦੇਖਾਂਗੇ ਤਾਂ ਸਮਝੋ ਭਾਵਨਾ ਉੱਧਰ ਜਾ ਰਹੀ ਹੈ, ਮਨ ਖਿੱਚਿਆ ਜਾ ਰਿਹਾ ਹੈ। ਤੇ ਕਹਿੰਦੇ ਫਿਰ ਕੋਸ਼ਿਸ਼ ਕਰੋ ਵੀ ਨਾ ਨੇਤਰਾਂ ਨੂੰ ਉੱਧਰ ਨਾ ਜਾਣ ਦਿਓ। ਜੇ ਜਾਂਦੇ ਵੀ ਹੈ ਤਾਂ ਦੋਖ ਦ੍ਰਿਸ਼ਟੀ ਨਾਲ ਵੀ ਇਹ ਤਾਂ ਨਾਸਮਾਨ ਹੈ, ਇਹ ਰੂਪ ਤਾਂ ਰਹਿਣਾ ਕੋਈ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਸੇ ਵਿਦਵਾਨ ਨੇ ਲਿਖਿਆ ਹੈ ਵੀ ਕਿਸੇ ਸੁੰਦਰ ਨੌਜਵਾਨ ਲੜਕੀ ਦਾ ਰੂਪ ਵੇਖ ਕੇ, ਜਿਹਦੀ ਉਮਰ 18 ਸਾਲ ਦੀ ਹੈ ਜਾਂ 20 ਸਾਲ ਦੀ ਹੈ, ਤੁਸੀਂ ਉਹਦੀ ਜਵਾਨੀ ਨਾ ਵੇਖੋ, ਉਹਦਾ ਬੁਢੇਪਾ ਵੇਖ ਲਓ। ਵਿਚਾਰ ਹੈ, ਗੁਰਮੁਖਾਂ ਨੇ ਤਜਰਬੇ ਕੀਤੇ ਹੁੰਦੇ ਆ। ਉਹ ਕਹਿੰਦੇ ਤੁਸੀਂ ਉਹਦੀ ਜਵਾਨੀ ਵੇਖ ਰਹੇ ਹੋ, ਤੁਸੀਂ ਥੋੜਾ ਜਿਹਾ ਅੱਗੇ ਚੱਲ ਕੇ ਤਾਂ ਬੁਢੇਪਾ ਵੇਖ ਲਓ ਵੀ ਬੁੱਢੀ ਹੋ ਕੇ ਕਿਵੇਂ ਜੀ ਹੋਵੇਗੀ। ਜਾਂ ਕੋਈ ਪੁਰਸ਼ ਤੁਹਾਨੂੰ ਸੁੰਦਰ ਲੱਗਦਾ ਹੈ ਜਵਾਨੀ ਦੇ ਵਿੱਚ, ਇਹ ਬੁੱਢਾ ਹੋ ਕੇ ਕਿਵੇਂ ਜਿਹਾ ਲੱਗੇਗਾ। ਤੇ ਤੁਹਾਡਾ ਮਨ ਆਪੇ ਹੀ ਉਸ ਪਾਸਿਓਂ ਹਟ ਗਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਜਿਹੜੇ ਗੁਣ ਨੇ ਖਾਲਸਾ ਜੀ, ਇਹ ਫਿਰ ਹੌਲੇ ਹੌਲੇ ਸਾਨੂੰ ਪ੍ਰੇਰਦੇ ਆ ਵੀ ਅਸੀਂ ਗੁਰੂ ਘਰ ਜਾਈਏ। ਦੁਨੀਆ ਤੇ ਝੂਠੀ ਹੈ। ਫਿਰ ਗੁਰੂ ਘਰ ਜਾ ਕੇ ਹੋਰ ਗੁਣ ਲੱਭਣੇ ਕਿਹੜੇ? ਸੇਵਾ ਦੇ। ਪਹਿਲਾ ਗੁਣ ਹੈ, ਜਿੰਨਾ ਚਿਰ ਤੁਸੀਂ ਕਿਸੇ ਗੁਰੂ ਪੀਰ ਦੀ ਸੇਵਾ ਨਹੀਂ ਕਰਦੇ, ਤੁਹਾਨੂੰ ਗੁਣ ਨਹੀਂ ਦਿੰਦਾ ਉਹ। ਕਿਤੇ ਵੀ ਚਲੇ ਜਾਓ, ਕੋਈ ਮਕੈਨੀਕਲ ਕੰਮ ਹੈ, ਕੋਈ ਵੀ ਕੰਮ ਹੈ, ਸਿੱਖਦੇ ਹੋ ਨਾ ਤੁਸੀਂ, ਦੁਕਾਨਾਂ ਤੇ ਜਾ ਕੇ ਉਸਤਾਦ ਕੋਲੋਂ ਸਿੱਖਦੇ ਹੋ। ਉਸਤਾਦ ਤਾਂ ਸਿਖਾਉਂਦਾ ਜੇ ਉਹਦੀ ਮਨ ਲਾ ਕੇ ਸੇਵਾ ਕਰੋ। ਜਿਹੜਾ ਸ਼ਾਗਿਰਦ ਮਨ ਲਾ ਕੇ ਉਸਤਾਦ ਦੀ ਸੇਵਾ ਕਰਦਾ, ਉਹਦੇ ਭਾਂਡੇ ਮਾਂਜਦਾ, ਉਹਦੇ ਘਰ ਦੇ ਕੰਮ ਕਰਦਾ, ਜਾਂ ਉਹਦੇ ਜਿਵੇਂ ਵੀ ਉਹ ਕਵੇ ਉਹ ਕਰਦਾ, ਬਚਨ ਮੰਨਦਾ, ਤੇ ਉਸਤਾਦ ਕਹਿੰਦਾ ਇਹ ਸ਼ਾਗਿਰਦ ਬੜਾ ਚੰਗਾ, ਇਹਨੂੰ ਕੁਝ ਸਿਖਾ ਦੇਈਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਜਿਹੜਾ ਸ਼ਾਗਿਰਦ ਰੋਟੀਆਂ ਖਾ ਕੇ ਪਰਾਂ ਜਾ ਕੇ ਸੌਂ ਜਾਂਦਾ, ਉਸਤਾਦ ਨੂੰ ਕੰਮ ਵੇਲੇ ਕੋਈ ਨਾ ਕਰ ਦਿੰਦਾ, ਉਸਤਾਦ ਸਮਝ ਜਾਂਦਾ ਵੀ ਇਹ ਨਿਕੰਮਾ ਹੈ, ਇਹਨੂੰ ਗੁਣ ਦੇਣ ਦੀ ਕੋਈ ਲੋੜ ਨਹੀਂ, ਕੋਈ ਲੋੜ ਨਹੀਂ, ਇਹਦੇ ਅੰਦਰ ਭਾਵਨਾ ਹੀ ਨਹੀਂ। ਤੋ ਸਾਧ ਸੰਗਤ, ਜਦੋਂ ਆਪਾਂ ਗੁਰਦੁਆਰੇ ਆਉਂਦੇ ਹਾਂ, ਇੱਥੇ ਆ ਕੇ ਪਹਿਲਾ ਗੁਣ ਸੇਵਾ ਦਾ ਹੈ। ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਕੀ ਸੰਗਤ ਦੀ ਸੇਵਾ, ਭਾਵੇਂ ਉਹ ਲੰਗਰ ਦੇ ਭਾਂਡੇ ਮਾਂਜਣ ਦੀ ਹੈ, ਭਾਵੇਂ ਝਾੜੂ ਫੇਰਨ ਦੀ ਹੈ, ਭਾਵੇਂ ਕਿਸੇ ਬਜ਼ੁਰਗ ਦੀ ਸੇਵਾ ਹੈ। ਕਈ ਕਿਸਮ ਦੀ ਸੇਵਾ ਗੁਰਦੁਆਰੇ 'ਚ, ਇੱਕ ਕਿਸਮ ਦੀ ਥੋੜ੍ਹਾ ਸੇਵਾ। ਉਹ ਜਿਹੜੀ ਵੀ ਸੇਵਾ ਆਪਾਂ ਕਰਾਂਗੇ, ਗੁਰੂ ਗ੍ਰੰਥ ਸਾਹਿਬ ਜੀ ਖੁਸ਼ ਹੋਣਗੇ। ਫਿਰ ਉਹ ਖੁਸ਼ ਹੋ ਕੇ ਸਾਨੂੰ ਭਗਤੀ ਕਰਨ ਦੀ ਜਾਚ ਸਿਖਾਉਣਗੇ, ਐਵੇਂ ਨਹੀਂ। ਆਖੋ ਸਤਿਨਾਮ ਵਾਹਿਗੁਰੂ। ਭਗਤੀ ਦੀ ਜਾਚ ਫਿਰ ਆਵੇਗੀ।
ਆਪਾਂ ਘਰ ਬੈਠੇ ਹੀ ਭਗਤ ਬਣੇ ਬੈਠੇ ਆ। ਨਾ ਬਈ, ਵਿਣ ਗੁਣ ਕੀਤੇ ਭਗਤ ਨਾ ਹੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣ ਕੀਤੇ ਭਗਤ ਨਾ ਹੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਵਿਣ ਗੁਣ ਕੀਤੇ ਭਗਤ ਨਾ ਹੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਵਿਣ ਗੁਣ ਕੀਤੇ ਭਗਤ ਨਾ ਹੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਸਭ ਗੁਣ ਤੇਰੇ ਮੈਂ ਨਾਹੀ ਕੋਏ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਸਭ ਗੁਣ ਤੇਰੇ ਮੈਂ ਨਾਹੀ ਕੋਏ। ਜਿਹੜੇ ਮਹਾਰਾਜ ਦੇ ਭਗਤ ਬਣ ਜਾਂਦੇ ਨੇ ਉਹਨਾਂ 'ਚ ਗੁਣ ਬੜੇ ਆ ਜਾਂਦੇ ਨੇ, ਬੜੇ ਗੁਣ ਆ ਜਾਂਦੇ ਨੇ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਕ ਸਿੱਖਿਆ ਗੁਰੂ ਦੀ ਸੁਣ ਲੈ ਤੇ ਲੱਖਾਂ ਹੀ ਗੁਣ ਆ ਜਾਂਦੇ ਨੇ। ਤੇ ਉਹ ਜਿਹੜੇ ਲੱਖਾਂ ਗੁਣ ਆ ਜਾਂਦੇ ਨੇ ਉਹਨਾਂ ਦਾ ਗੁਰਮੁਖਾਂ ਦੇ ਮਨ 'ਚ ਹੰਕਾਰ ਨਹੀਂ ਆਉਂਦਾ। ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਮੈਂ ਤਾਂ ਮਹਾਰਾਜ ਘਰੋਂ ਖਾਲੀ ਆਇਆ ਸੀ, ਜਿੰਨੇ ਗੁਣ ਨੇ ਤੁਸੀਂ ਦਿੱਤੇ ਨੇ। ਆਖੋ ਸਤਿਨਾਮ ਸ੍ਰੀ। ਮੈਂ ਤਾਂ ਘਰੋਂ ਅਨਪੜ੍ਹ ਹੀ ਆਇਆ ਸੀ, ਤੇਰੇ ਸਕੂਲ ਜਾ ਕੇ ਪੜ੍ਹਿਆ ਹਾਂ। ਤੂੰ ਮੇਰੇ ਤੇ ਕਿਰਪਾ ਕੀਤੀ ਹੈ ਮੇਰੇ ਪਾਤਸ਼ਾਹ, ਤੇਰੇ ਗੁਣਾਂ ਤੋਂ ਬਿਨਾਂ ਮੈਂ ਖਾਲੀ। ਤੇ ਸਾਧ ਸੰਗਤ ਜੀ, ਦੂਸਰਾ ਅਰਥ ਵੱਡੇ ਮਹਾਂਪੁਰਸ਼ ਸ਼੍ਰੀਮਾਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਰਗੇ ਗਿਆਨੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਮਹਾਂਪੁਰਸ਼ਾਂ ਨੇ ਇੱਦਾਂ ਕੀਤਾ ਹੈ। ਗੁਣ ਦਾ ਅਰਥ ਉਪਕਾਰ ਹੁੰਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਣ ਦਾ ਅਰਥ ਹੁੰਦਾ ਹੈ ਉਪਕਾਰ। ਦੂਸਰਾ ਅਰਥ ਹੈ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਮੇਰੇ ਵਾਹਿਗੁਰੂ ਨੇ ਐਸਾ ਉਪਕਾਰ ਕੀਤਾ। ਇੱਥੇ ਗੁਣ ਦਾ ਅਰਥ ਹੈ ਉਪਕਾਰ ਕਰ। ਆਮ ਬੋਲੀ 'ਚ ਵੀ ਆਪਾਂ ਕਹਿ ਦਿੰਦੇ ਹਾਂ ਫਲਾਣੇ ਬੰਦੇ ਨੇ ਉਹਦੇ ਤੇ ਬੜਾ ਗੁਣ ਕੀਤਾ, ਬੜਾ ਉਪਕਾਰ ਕੀਤਾ। ਜਾਂ ਇਹ ਵੀ ਕਹਿ ਦਿੰਦੇ ਹਾਂ ਕਿ ਉਹ ਬੰਦਾ ਉਹਦੇ ਗੁਣਾਂ ਨੂੰ, ਉਹਦੇ ਉਪਕਾਰਾਂ ਨੂੰ ਭੁੱਲ ਗਿਆ। ਇੱਦਾਂ ਵੀ ਕਹਿ ਦਿੰਦੇ ਹਾਂ। ਗੁਣ ਦਾ ਮਤਲਬ ਉਪਕਾਰ ਹੁੰਦਾ ਹੈ। ਜਗਿਆਸੂ ਅਰਦਾਸ ਕਰਦਾ ਹੈ, ਵਾਹਿਗੁਰੂ ਜਿੰਨਾ ਚਿਰ ਤੂੰ ਮੇਰੇ ਤੇ ਉਪਕਾਰ ਨਹੀਂ ਕਰਦਾ ਉਹਨਾਂ ਚਿਰ ਮੈਂ ਤੇਰੀ ਭਗਤੀ ਨਹੀਂ ਕਰ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ। ਜਿੰਨਾ ਚਿਰ ਤੂੰ ਮੇਰੇ ਤੇ ਉਪਕਾਰ ਨਹੀਂ ਕਰੇਗਾ ਤਾਂ ਭਗਤ ਨਾ ਹੋਏ, ਭਗਤੀ ਨਹੀਂ ਹੋ ਸਕਦੀ। ਮਹਾਰਾਜ ਕਿਵੇਂ ਮੈਂ ਭਗਤੀ ਕਰ ਲਾਂਗਾ, ਮੈਨੂੰ ਭਗਤੀ ਕਰਨੀ ਆਉਂਦੀ ਨਹੀਂ। ਮਹਾਰਾਜ ਤੁਸੀਂ ਮੈਨੂੰ, ਜਿਵੇਂ ਪਿਓ ਆਪਣੇ ਪੁੱਤਰ ਨੂੰ ਪਹਿਲਾਂ ਮੋਢੇ ਤੇ ਪਾ ਲੈਂਦਾ, ਮੇਲਾ ਵਿਖਾਉਂਦਾ। ਪਿਓ ਨਾ ਆਪਣੇ ਬੱਚੇ ਨੂੰ ਮੇਲਾ ਵਿਖਾਉਣ ਲੈ ਜਾਂਦਾ ਤੇ ਮੋਢੇ ਤੇ ਪਾ ਲੈਂਦਾ, ਲੈ ਪੁੱਤਰ ਮੇਲਾ ਵੇਖ। ਜਦੋਂ ਉਹ ਪੁੱਤਰ ਮੇਲਾ ਵੇਖਦਾ ਵੇਖਦਾ ਸਿੱਖ ਜਾਂਦਾ, ਮੇਲਾ ਵੇਖਣਾ ਜਵਾਨ ਹੋ ਜਾਂਦਾ, ਫਿਰ ਉਹਨੂੰ ਫਿਰ ਤਾਂ ਨਹੀਂ ਮੋਢੇ ਤੇ ਪਾਉਂਦਾ, ਕਹਿੰਦਾ ਚੱਲ ਹੁਣ ਤੂੰ ਆਪੇ ਵੇਖੀ ਜਾ। ਜ਼ਿੰਦਗੀ ਦਾ ਵੀ ਮੇਲਾ ਹੀ ਹੈ, ਸੰਸਾਰ ਦਾ ਵੀ ਮੇਲਾ ਹੀ ਹੈ। ਮਾਂ ਬਾਪ ਬੜਾ ਕੁਝ ਸਿਖਾਉਂਦੇ ਹੈ, ਸਮਾਜ ਬੜਾ ਕੁਝ ਸਿਖਾਉਂਦਾ ਹੈ, ਮਾਸਟਰ ਸਕੂਲਾਂ 'ਚ ਟੀਚਰ ਬੜਾ ਕੁਝ ਸਿਖਾਉਂਦੇ ਹੈ। ਜਦੋਂ ਬੰਦਾ ਸਿੱਖ ਜਾਂਦਾ ਉਹ ਆਪੇ ਵੇਖਣ ਲੱਗ ਜਾਂਦਾ। ਪਰ ਜੇ ਉਹ ਬੱਚਾ ਕਵੇ ਵੀ ਮੈਂ ਮਾਸਟਰ ਤੋਂ, ਗੁਰੂ ਤੋਂ, ਪਿਓ ਤੋਂ ਕੁਝ ਨਹੀਂ ਸਿੱਖਿਆ, ਸਮਾਜ ਤੋਂ ਕੁਝ ਨਹੀਂ ਸਿੱਖਿਆ, ਮੈਂ ਤਾਂ ਆਪੇ ਹੀ ਹਾਂ, ਫਿਰ ਉਹਦੀ ਮੂਰਖਤਾ ਹੈ। ਸਾਧ ਸੰਗਤ ਜੀ, ਜਿੰਨਾ ਕੁ ਆਪਾਂ ਨੂੰ ਭਗਤੀ ਕਰਨ ਦਾ ਪਤਾ ਲੱਗਾ ਹੈ, ਗੁਰਦੁਆਰੇ ਆਉਣਾ, ਮੱਥਾ ਟੇਕਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ, ਅੰਮ੍ਰਿਤ ਛਕਣਾ, ਨਿਤਨੇਮ ਕਰਨਾ, ਜਾਂ ਮਹਾਰਾਜ ਦੀ ਬਾਣੀ ਪੜ੍ਹਨੀ, ਵਾਹਿਗੁਰੂ ਵਾਹਿਗੁਰੂ ਜਪਣਾ, ਗੁਰੂ ਕੇ ਲੰਗਰਾਂ 'ਚ ਸੇਵਾ ਕਰਨੀ, ਨਗਰ ਕੀਰਤਨਾਂ ਦੀ ਜਾਂ ਹੋਰ ਕਈ ਕਿਸਮ ਦੀ ਸੇਵਾ, ਉਹ ਜਿਹੜਾ ਸਾਨੂੰ ਅੱਜ ਤਾਈਂ ਪਤਾ ਲੱਗਾ ਉਹ ਵੀ ਵਾਹਿਗੁਰੂ ਦੇ ਉਪਕਾਰ ਨਾਲ ਹੀ ਲੱਗਾ। ਜੇ ਪਰਮੇਸ਼ਰ ਕਿਰਪਾ ਨਾ ਕਰਦਾ ਸਾਨੂੰ ਇੰਨੀ ਵੀ ਜਾਚ ਵੀ ਕੋਈ ਨਹੀਂ ਸੀ ਆਉਣੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਵੀ ਮਹਾਰਾਜ ਦੀ ਕਿਰਪਾ ਹੀ ਹੈ ਵੀ ਸਾਡਾ ਗੁਰਸਿੱਖਾਂ ਦੇ ਘਰ ਜਨਮ ਹੋ ਗਿਆ। ਇਹ ਵੀ ਮਹਾਰਾਜ ਦੀ ਕਿਰਪਾ ਵੀ ਸਾਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਲਿਆ ਮਹਾਰਾਜ ਪਰਮੇਸ਼ਰ ਨੇ। ਤੇ ਸਾਧ ਸੰਗਤ ਜੀ, ਇਹ ਉਪਕਾਰ ਹੀ ਹੈ ਨਾ ਗੁਰੂ ਦਾ। ਨਹੀਂ ਤੇ ਗੁਰੂ ਨੂੰ ਕੀ ਲੋੜ ਸੀ ਧਰਤੀ ਤੇ ਆਉਣ ਦੀ, ਉਹ ਤਾਂ ਸਾਡੇ ਭਲੇ ਲਈ ਆਏ।
ਸਾਡੇ ਤੇ ਉਪਕਾਰ ਕੀਤਾ। ਵਿਣ ਗੁਣ ਕੀਤੇ ਭਗਤ ਨ ਹੋਏ, ਵਿਣ ਗੁਣ ਕੀਤੇ ਭਗਤ ਨ ਹੋਏ। ਗੁਣ ਕੀਤੇ ਭਗਤ ਨ ਹੋਏ, ਵਿਣ ਗੁਣ ਕੀਤੇ ਭਗਤ ਨ ਹੋਏ। ਉਪਕਾਰ ਕੀਤਾ ਮਹਾਰਾਜ ਤਾਂ ਭਗਤੀ ਹੋਈ। ਜੇ ਮਹਾਰਾਜ ਤੁਸੀਂ ਉਪਕਾਰ ਨਾ ਕਰਦੇ, ਤੁਸੀਂ ਨਾ ਧਰਤੀ ਤੇ ਆਉਂਦੇ, ਗੁਰੂ ਨਾਨਕ ਦੇਵ ਜੀ ਨਾ ਆਉਂਦੇ ਤੇ ਇੱਥੇ ਤੇ ਹਨੇਰਾ ਹੀ ਪਿਆ ਹੋਣਾ ਸੀ ਦੁਨੀਆ ਤੇ। ਬੰਦੇ ਨੂੰ ਬੰਦਾ ਵੱਢ ਵੱਢ ਖਾਈ ਜਾਂਦਾ, ਇੱਥੇ ਤੇ ਬਹੁਤ ਕੁਝ ਵਿਗੜ ਜਾਣਾ ਸੀ 500 ਸਾਲਾਂ ਵਿੱਚ। ਇਹ ਤੇ ਸਤਿਗੁਰੂ ਮਹਾਰਾਜ ਨੇ ਬੜਾ ਹੀ ਉਪਕਾਰ ਕੀਤਾ ਧਰਤੀ ਤੇ ਆ ਕੇ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸੋ ਅਗਲੇ ਪ੍ਰਕਰਨ ਵਿੱਚ ਇਸ ਤੋਂ ਅਗਲੀ ਵਿਚਾਰ ਜਿਵੇਂ ਗੁਰੂ ਸਾਹਿਬ ਕਰਾਉਣਗੇ ਸਾਧ ਸੰਗਤ ਜੀ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।